सत श्री अकाल, तुसीं देख रहे हो पंजाब मेल यूएसए टीवी। मैं वरुण कौर मान। खबरां दे बुलेटिन विच तुहाडा स्वागत। खबरां दे बुलेटिन दे स्पॉन्सर हन रियल एस्टेट ब्रोकर मोहन चीमा। रियल एस्टेट दी दुनिया च मन्निया प्रमन्निया नाम। पेश ने पहलां चुणवीआं खबरां। जो बाइडन क्वाड लई शिखर सम्मेलन लई जाणगे जापान। प्रधानमंत्री नरेंद्र मोदी नाल करनगे दुवल्ली बैठक। अमेरिका विच सड़क हादसिਆਂ विच मौतां दी गिणती विच निरंतर वाधा। मार्च विच क्रैश होए जहाज बारे अमेरिका ने कोई जानकारी नहीं दिती चीन। पाकिस्तान चीन तो रक्षा लई भारत अगले महीने तक S-400 मिसाइल प्रणाली तैनात कर सकता है, पेंटागन। अमेरिका गैर कानूनी ढंग नाल कंप्यूटर उपकरण निर्यात करन ते पाकिस्तानी उद्योगपति नूं जेल। ते हुण इन्हां खबरां दा विस्तार। अमेरिका के राष्ट्रपति जो बाइडन क्वाड शिखर सम्मेलन लई शामिल होने लई जापान जाणगे ਅਤੇ इस दौरान वो प्रधानमंत्री नरेंद्र मोदी नाल दुवल्ली बैठक करनगे। अमेरिका के राष्ट्रपति सुरक्षा सलाहकार जैक सलीवन ने बुधवार ਨੂੰ ਇਹ ਜਾਣਕਾਰੀ ਦਿੱਤੀ। क्वाड ਵਿੱਚ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ शामिल ਨੇ। ਸੋਲੀਵਨ ਨੇ ਵਾਈਟ ਹਾਊਸ ਵਿੱਚ ਨਿਯਮਿਤ ਨਿਊਜ਼ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਕਿਹਾ, ਸਾਡਾ ਮੰਨਣਾ ਹੈ ਕਿ ਇਹ सम्मेलन दर्शाएगा कि लोकतंत्र काम करता है ਅਤੇ इकट्ठे मिलकर काम कर रहे ये चार देश खुले ਅਤੇ मुक्त हिंद प्रशांत सिद्धांत की ਰੱਖਿਆ ਕਰਨਗੇ ਅਤੇ ਉਸ ਨੂੰ ਬਰਕਰਾਰ ਰੱਖਣਗੇ। ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਬਾਈਡਨ ਟੋਕੀਓ ਵਿੱਚ ਇੱਕ ਨਵੀਂ ਅਤੇ ਅਭਿਲਾਸ਼ੀ ਆਰਥਿਕ ਪਹਿਲ ਦੀ ਨੀਂਹ ਵੀ ਰੱਖਣਗੇ। ਨਵੀਆਂ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਹਿੰਦ ਪ੍ਰਸ਼ਾਂਤ ਆਰਥਿਕ ਮਸੌਦਾ ਲਿਆਂਦਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਇਸ ਮਸੌਦੇ ਵਿੱਚ ਡਿਜੀਟਲ ਅਰਥ ਵਿਵਸਥਾ ਲਈ नियम तैयार किए जाएंगे ताकि सुरक्षा और मजबूत सप्लाई चेन यकीनी किए जा सके। इसके अलावा ऊर्जा के खेत्र में साफ सुथरे आधुनिक उच्च पद्धरी ढांचे में निवेश आदि ते भी नियम बनाए जाएंगे। IPEF जारी करन दौरान जापान के प्रधानमंत्री फूमी किशिदा भी बाइडन नाल मौजूद रहेंगे। जापान जाने तो पहला बाइडन का दक्षिणी कोरिया जाने का भी प्रोग्राम है। राष्ट्रीय मार्ग आवाजाही सुरक्षा प्रशासन अनुसार अमेरिका विच सड़क हादसिਆਂ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ हर साल ਵੱਧ ਰਹੀ ਹੈ। ਇਸ ਦਾ ਕਾਰਨ ਜਿੱਥੇ ਨਸ਼ਾ ਕਰਕੇ ਗੱਡੀ ਚਲਾਉਣਾ ਹੈ ਉੱਥੇ ਲਾਪਰਵਾਹੀ ਵਰਤਣਾ ਤੇ ਤੇਜ਼ ਰਫ਼ਤਾਰ ਵੀ ਇੱਕ ਕਾਰਨ ਹੈ। ਰਾਸ਼ਟਰੀ ਮਾਰਗ ਆਵਾਜਾही ਸੁਰੱਖਿਆ ਪ੍ਰਸ਼ਾਸਨ ਦੁਆਰਾ ਦਿੱਤੇ ਵੇਰਵੇ ਅਨੁਸਾਰ 2021 ਵਿੱਚ ਸੜਕ ਹਾਦਸਿਆਂ ਦੌਰਾਨ 4,29,015 ਲੋਕਾਂ ਦੀ ਜਾਨ ਗਈ, ਜੋ ਪਿਛਲੇ 16 ਸਾਲਾਂ ਦੌਰਾਨ ਕਿਸੇ ਇੱਕ ਸਾਲ ਵਿੱਚ ਹੋਈਆਂ ਸਭ ਤੋਂ ਮੌਤਾਂ ਨੇ। 2020 ਦੀ ਤੁਲਨਾ ਵਿੱਚ 2021 ਵਿੱਚ ਸੜਕ ਹਾਦਸਿਆਂ ਵਿੱਚ 10.5% ਮੌਤਾਂ ਹੋਈਆਂ। ਸ਼ਹਿਰੀ ਸੜਕ ਹਾਦਸਿਆਂ ਤੇ ਹੋਏ ਦੌਰਾਨ 16%, ਦਿਹਾਤੀ ਇੰਟਰਸਟੇਟ ਸੜਕਾਂ ਤੇ 15% ਤੇ ਪੈਦਲ ਜਾਂਦੇ ਲੋਕਾਂ ਨਾਲ ਵਾਪਰੇ ਹਾਦਸਿਆਂ ਵਿੱਚ 13% ਮੌਤਾਂ ਹੋਈਆਂ। ਆਵਾਜਾਈ ਸੁਰੱਖਿਆ ਮਾਹਿਰਾਂ ਅਨੁਸਾਰ ਅਮਰੀਕਾ ਵਿੱਚ 2020 ਦੌਰਾਨ ਪ੍ਰਤੀ ਮੀਲ ਔਸਤ ਮੌਤਾਂ ਵਿੱਚ ਭਾਰੀ ਵਾਧਾ ਵੇਖਣ ਨੂੰ ਮਿਲਿਆ ਹੈ। ਟਰਾਂਸਪੋਰਟੇਸ਼ਨ ਸੈਕਟਰੀ ਪੀਟ ਬੁਟੀਗੀਗ ਨੇ ਕਿਹਾ ਕਿ ਅਮਰੀਕਾ ਦੀਆਂ ਸੜਕਾਂ ਉੱਪਰ ਮੌਤਾਂ ਦੇ ਰੂਪ ਵਿੱਚ ਸਾਨੂੰ ਇੱਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਹੱਲ ਹਰ ਹਾਲਤ ਵਿੱਚ ਮਿਲ ਕੇ ਲੱਭਣਾ ਜਾਣਾ ਚਾਹੀਦਾ ਹੈ। ਟਰਾਂਸਪੋਰਟੇਸ਼ਨ ਵਿਭਾਗ ਨੇ ਇਸ ਸਾਲ ਦੇ ਸ਼ੁਰੂ ਵਿੱਚ ਰਾਸ਼ਟਰੀ ਮਾਰਗ ਸੁਰੱਖਿਆ ਰਣਨੀਤੀ ਦਾ ਐਲਾਨ ਕੀਤਾ ਸੀ। ਇਹ ਰਣਨੀਤੀ ਸੇਫ ਸਿਸਟਮ ਉੱਪਰ ਆਧਾਰਿਤ ਹੈ, ਜਿਸ ਵਿੱਚ ਸੜਕਾਂ ਦਾ ਡਿਜ਼ਾਈਨ ਬਣਾਉਣ ਵਾਲੇ ਇੰਜੀਨੀਅਰਾਂ ਸਮੇਤ ਸੁਰੱਖਿਆ ਪ੍ਰਣਾਲੀ ਵਿੱਚ ਸ਼ਾਮਲ ਹਰ ਵਿਅਕਤੀ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮਾਰੋ ਤੇ ਦੌੜ ਜਾਓ ਦੇ ਨਾਲ ਪੈਦਲ ਜਾਣ ਵਾਲਿਆਂ ਤੇ ਬਾਈਸਾਈਕਲ ਸਵਾਰਾਂ ਦੀਆਂ ਹਾਦਸਿਆਂ ਵਿੱਚ ਮੌਤਾਂ ਵਧੀਆਂ ਨੇ। ਹਾਦਸਿਆਂ ਤੋਂ ਬਚਣ ਤੇ ਮੌਤਾਂ ਨੂੰ ਟਾਲਣ ਲਈ NHTSA ਦੀ ਤਜਵੀਜ਼ਸ਼ੁਦਾ ਯੋਜਨਾ ਵਿੱਚ ਨਵੀਆਂ ਕਾਰਾਂ ਦੇ ਮੁਲਾਂਕਣ ਪ੍ਰੋਗਰਾਮ ਵਿੱਚ ਤਬਦੀਲੀ ਕੀਤੀ ਗਈ ਹੈ, ਜਿਸ ਤਹਿਤ ਕਾਰ ਦੇ ਅੰਦਰ ਤੇ ਬਾਹਰ ਸੁਰੱਖਿਆ ਉਪਕਰਨਾਂ ਉੱਪਰ ਜ਼ੋਰ ਦਿੱਤਾ ਗਿਆ ਹੈ। NHTSA ਨੇ ਕਿਹਾ ਕਿ ਉਹ ਪੈਦਲ ਲੋਕਾਂ ਦੇ ਬਚਾਅ ਲਈ ਨਵੇਂ ਯਾਤਰੀ ਵਾਹਨਾਂ ਵਿੱਚ ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ ਨਿਯਮ ਬਣਾ ਰਹੀ ਹੈ। ਐਡਵੋਕੇਟਸ ਫਾਰ ਹਾਈਵੇ ਐਂਡ ਆਟੋ ਸੇਫਟੀ ਦੇ ਪ੍ਰਧਾਨ ਕੈਥੀ ਚੇਂਜ ਨੇ ਇੱਕ ਬਿਆਨ ਵਿੱਚ ਦੇਸ਼ ਦੇ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸੜਕ ਹਾਦਸੇ ਰੋਕਣ ਲਈ ਤੁਰੰਤ ਮੌਜੂਦ ਕਦਮਾਂ ਤੇ ਕਾਰਵਾਈ ਕਰਨ। चीन ने बुधवार ਨੂੰ ਕਿਹਾ ਕਿ ਅਮਰੀਕਾ ਜਾਂਚ ਅਧਿਕਾਰੀਆਂ ਨੇ ਮਾਰਚ ਵਿੱਚ ਚਾਈਨਾ ਈਸਟਰਨ 에ਅਰਲਾਈਨਸ ਜਹਾਜ਼ ਹਾਦਸੇ ਦੇ ਕਾਰਨਾਂ ਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਕੀਤੀ ਹੈ। ਅਖਬਾਰ ਵਾਲ ਸਟਰੀਟ ਜਰਨਲ ਨੇ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਜਹਾਜ਼ ਦੇ ਉਡਾਨ ਡਾਟਾ ਰਿਕਾਰਡ ਨੇ ਸੰਕੇਤ ਦਿੱਤਾ ਹੈ ਕਿ ਬੋਇੰਗ 737-800 ਨੂੰ ਕਿਸੇ ਨੇ ਜਾਣਬੁੱਝ ਕੇ ਕ੍ਰੈਸ਼ ਕੀਤਾ ਹੈ। ਸਰਕਾਰੀ ਸਮਾਚਾਰ ਪੱਤਰ ਗਲੋਬਲ ਟਾਈਮਜ਼ ਨੇ ਦੱਸਿਆ ਕਿ ਅਮਰੀਕੀ ਜਾਂਚ ਅਧਿਕਾਰੀਆਂ ਨੇ ਚੀਨ ਦੇ ਨਾਗਰਿਕ ਹਵਾਬਾਜ਼ੀ ਪ੍ਰਸ਼ਾਸਨ ਤੋਂ ਪੁਸ਼ਟੀ ਕੀਤੀ ਹੈ कि उन्होंने पत्रकारों को कोई सूचना जारी नहीं की है। विदेश मंत्रालय के बुलारे वांग बैनबिन ने जांच के बारे जानकारी लिए बेनतियों के जवाब में पत्रकारों को ग्लोबल टाइम्स की खबर का हवाला दिता। चीन के दक्षिणी पश्चिम में कोनमिंग तो हांगकांग नेड़े गावा गाजू लिए उड़ान दौरान जहाज़ करीब
8800 ਮੀਟਰ ਦੀ ਉਚਾਈ ਤੋਂ ਡਿੱਗਿਆ ਸੀ। ਇਹ ਘਟਨਾ 21 ਮਾਰਚ ਨੂੰ ਵਾਪਰੀ ਸੀ। ਘਟਨਾ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 123 ਯਾਤਰੀ ਅਤੇ ਚਾਲਕ ਦਲ ਦੇ 9 ਮੈਂਬਰ ਮਾਰੇ ਗਏ ਸਨ। ਜਹਾਜ਼ ਦਾ ਮਲਬਾ ਕਈ ਹਿੱਸਿਆਂ ਵਿੱਚ ਪਹਾੜੀ ਖੇਤਰ 'ਚ ਮਿਲਿਆ। ਵਾਲ ਸਟਰੀਟ ਜਰਨਲ ਨੇ ਸ਼ੁਰੂਆਤੀ ਜਾਂਚ ਸਿੱਟੇ ਤੇ ਪਹੁੰਚਣ ਵਾਲੇ ਅਮਰੀਕੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਡਾਟਾ ਰਿਕਾਰਡ ਤੋਂ ਪਤਾ ਚੱਲਦਾ ਹੈ ਕਿ ਕਿਸੇ ਨੇ ਜਹਾਜ਼ ਨੂੰ ਜਾਣਬੁੱਝ ਕੇ ਕ੍ਰੈਸ਼ ਕੀਤਾ। ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਦੇ ਇੱਕ ਚੋਟੀ ਦੇ ਖੁਫੀਆ ਅਧਿਕਾਰੀ ਨੇ ਕਿਹਾ ਹੈ ਕਿ ਪਾਕਿਸਤਾਨ ਅਤੇ ਚੀਨ ਦੇ ਖਤਰੇ ਦੇ ਮੱਦੇਨਜ਼ਰ ਦੇਸ਼ ਦੀ ਰੱਖਿਆ ਲਈ ਭਾਰਤ ਦੀ ਇੱਛਾ ਜੂਨ 2022 ਤੱਕ S-400 ਮਿਜ਼ਾਈਲ ਪ੍ਰਣਾਲੀ ਦੀ ਤਾਇਨਾਤੀ ਕਰਨ ਦੀ ਹੈ। ਉਹਨਾਂ ਨੇ ਕਿਹਾ ਕਿ ਭਾਰਤ ਵਿਆਪਕ ਫੌਜੀ ਆਧੁਨਿਕੀਕਰਨ ਵਿੱਚ ਜੁਟਿਆ ਹੈ, ਜਿਸ ਵਿੱਚ ਹਵਾਈ ਫੌਜ, ਜ਼ਮੀਨੀ ਫੌਜ ਅਤੇ ਸਮੁੰਦਰੀ ਫੌਜ ਸਮੇਤ ਰਣਨੀਤਿਕ ਪਰਮਾਣੂ ਤਾਕਤਾਂ ਸ਼ਾਮਲ ਨੇ। ਅਮਰੀਕਾ ਦੀ ਰੱਖਿਆ ਖੁਫੀਆ ਏਜੰਸੀ ਦੇ ਡਾਇਰੈਕਟਰ ਲੈਫਟੀਨੈਂਟ ਜਨਰਲ ਸਕਾਟ ਵਾਰੀਅਰ ਨੇ ਅਮਰੀਕੀ ਸੰਸਦ ਦੀ ਹਥਿਆਰਬੰਦ ਕਮੇਟੀ ਦੇ ਮੈਂਬਰਾਂ ਨੂੰ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਭਾਰਤ ਨੂੰ ਪਿਛਲੇ ਸਾਲ ਦਸੰਬਰ ਤੋਂ ਰੂਸ ਤੋਂ S-400 ਮਿਜ਼ਾਈਲ ਪ੍ਰਣਾਲੀ ਮਿਲਣ ਲੱਗੀ ਹੈ। ਅਕਤੂਬਰ 2021 ਤੱਕ ਭਾਰਤ ਦੀ ਫੌਜ ਆਪਣੀ ਜ਼ਮੀਨੀ ਅਤੇ ਸਮੁੰਦਰੀ ਸਰਹੱਦਾਂ ਦੀ ਰੱਖਿਆ ਲਈ ਅਤੇ ਸਾਈਬਰ ਸਮਰੱਥਾਵਾਂ ਨੂੰ ਵਧਾਉਣ ਉન્નਤ ਨਿਗਰਾਨੀ ਪ੍ਰਣਾਲੀਆਂ ਦੀ ਖਰੀਦ ਤੇ ਵਿਚਾਰ ਕਰ ਰਹੀ ਸੀ। ਬੈਰੀਅਰ ਨੇ ਕਿਹਾ ਕਿ ਦਸੰਬਰ ਵਿੱਚ ਭਾਰਤ ਨੂੰ ਰੂਸੀ S-400 ਮਿਜ਼ਾਈਲ ਪ੍ਰਣਾਲੀ ਦੀ ਸ਼ੁਰੂਆਤੀ ਖੇਪ ਪ੍ਰਾਪਤ ਹੋਈ ਅਤੇ ਪਾਕਿਸਤਾਨ ਅਤੇ ਚੀਨ ਤੋਂ ਖਤਰੇ ਨੂੰ ਦੇਖਦੇ ਹੋਏ ਭਾਰਤ ਜੂਨ 2022 ਤੱਕ ਇਸ ਪ੍ਰਣਾਲੀ ਦੇ ਸੰਚਾਲਨ ਦੀ ਯੋਜਨਾ ਬਣਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਭਾਰਤ ਆਪਣੇ ਹਾਈਪਰਸੋਨਿਕ ਬੈਲਿਸਟਿਕ ਕਰੂਜ਼ ਮਿਜ਼ਾਈਲਾਂ ਦਾ ਨਿਰਮਾਣ ਕਰ ਰਿਹਾ ਹੈ ਅਤੇ ਉਹ ਹਵਾਈ ਰੱਖਿਆ ਮਿਜ਼ਾਈਲ ਸਮਰੱਥਾਵਾਂ ਨੂੰ ਵਿਕਸਿਤ ਕਰ ਰਿਹਾ ਹੈ। 2021 ਤੋਂ ਲਗਾਤਾਰ ਅਨੇਕ ਪ੍ਰੀਖਣ ਹੋ ਰਹੇ ਨੇ। ਪੁਲਾੜ ਵਿੱਚ ਭਾਰਤ ਦੇ ਉਪਗ੍ਰਹਿਾਂ ਦੀ ਗਿਣਤੀ ਵਧ ਰਹੀ ਹੈ ਅਤੇ ਉਹ ਪੁਲਾੜ ਵਿੱਚ ਆਪਣਾ ਅਸਰ ਵਧਾ ਰਿਹਾ ਹੈ। ਪਾਕਿਸਤਾਨ ਦੀ ਇੱਕ ਪਰਮਾਣੂ ਖੋਜ ਏਜੰਸੀ ਨੂੰ ਗੈਰ ਕਾਨੂੰਨੀ ਰੂਪ ਨਾਲ ਕੰਪਿਊਟਰ ਉਪਕਰਨ ਨਿਰਯਾਤ ਕਰਨ ਦੇ ਮਾਮਲੇ ਵਿੱਚ ਸ਼ਿਕਾਗੋ ਦੇ ਇੱਕ ਪਾਕਿਸਤਾਨੀ ਉਦਯੋਗਪਤੀ ਨੂੰ 1 ਸਾਲ ਅਤੇ 1 ਦਿਨ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਿਆਂ ਮੰਤਰਾਲਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਬੈਦੁੱਲਾ ਸਿਆਦ ਨੇ ਪਿਛਲੇ ਸਾਲ ਅਮਰੀਕੀ ਵਣਜ ਮੰਤਰਾਲੇ ਤੋਂ ਲਾਇਸੈਂਸ ਲਏ ਬਿਨਾਂ ਅਮਰੀਕਾ ਤੋਂ ਮਾਲ ਨਿਰਯਾਤ ਕਰਨ ਦੀ ਸਾਜ਼ਿਸ਼ ਰਚਣ ਅਤੇ ਗਲਤ ਜਾਣਕਾਰੀ ਦੇਣ ਦੀ ਗੱਲ ਸਵੀਕਾਰ ਕੀਤੀ। ਅਮਰੀਕੀ ਜ਼ਿਲ੍ਹਾ ਜੱਜ ਮੈਰੀ ਰੋਲੈਂਡ ਨੇ ਮੰਗਲਵਾਰ ਨੂੰ ਸਾਇਦ ਨੂੰ 1 ਸਾਲ ਅਤੇ 1 ਦਿਨ ਦੀ ਸਜ਼ਾ ਸੁਣਾਈ। ਸੰਘੀ ਵਕੀਲਾਂ ਮੁਤਾਬਕ ਸਾਇਦ ਦੀਆਂ 2 ਕੰਪਨੀਆਂ ਨੇ ਪਾਕਿਸਤਾਨ ਸਥਿਤ ਬਿਜ਼ਨਸ ਸਿਸਟਮ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਅਤੇ ਸ਼ਿਕਾਗੋ ਸਥਿਤ BSI USA। ਇਹ ਕੰਪਨੀਆਂ ਕੰਪਿਊਟਰਿੰਗ ਪਲੇਟਫਾਰਮ, ਸਰਵਰ ਅਤੇ ਸੌਫਟਵੇਅਰ ਐਪਲੀਕੇਸ਼ਨ ਹੱਲ ਆਦਿ ਪ੍ਰਦਾਨ ਕਰਦੀਆਂ ਨੇ। ਸਾਇਦ ਨੇ ਸਰਕਾਰੀ ਵਕੀਲਾਂ ਅਤੇ ਬਚਾਅ ਪੱਖ ਵਿਚਾਲੇ ਹੋਏ ਸਮਝੌਤੇ 'ਚ ਮੰਨਿਆ ਕਿ 2006 ਤੋਂ 2015 ਦਰਮਿਆਨ ਉਸਨੇ ਅਮਰੀਕੀ ਵਣਜ ਮੰਤਰਾਲੇ ਤੋਂ ਇਜਾਜ਼ਤ ਲਏ ਬਿਨਾਂ ਪਾਕਿਸਤਾਨੀ ਐਟਮੀ ਐਨਰਜੀ ਕਮਿਸ਼ਨ ਨੂੰ ਕੰਪਿਊਟਰ ਉਪਕਰਨ ਬਰਾਮਦ ਕਰਕੇ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਪਾਵਰ ਐਕਟ ਦੀ ਉਲੰਘਣਾ ਕੀਤੀ ਸੀ ਅਤੇ ਇਸ ਲਈ ਉਸਨੇ ਪਾਕਿਸਤਾਨ ਸਥਿਤ ਆਪਣੀ ਕੰਪਨੀ ਦੇ ਕਰਮਚਾਰੀਆਂ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ। ਓਕਲਾਹੋਮਾ ਸ਼ਹਿਰ ਦੇ ਮਾਊਂਟ ਸੇਂਟ ਮੈਰੀਜ਼ ਕੈਥੋਲਿਕ ਹਾਈ ਸਕੂਲ ਦੇ ਕਈ ਮੌਜੂਦਾ ਤੇ ਸਾਬਕਾ ਵਿਦਿਆਰਥੀਆਂ ਤੇ 6 ਨਾਬਾਲਗ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਤੇ ਬਲਾਤਕਾਰ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਹੈ। ਇਸ ਸੰਬੰਧੀ ਸੋਮਵਾਰ ਨੂੰ ਮੁਕੱਦਮਾ ਦਰਜ ਕੀਤਾ ਗਿਆ। ਇਹ ਮੁਕੱਦਮਾ ਸਕੂਲ ਦੇ 10 ਮੌਜੂਦਾ ਤੇ ਸਾਬਕਾ ਵਿਦਿਆਰਥੀਆਂ ਤੇ 6 ਵਿਦਿਆਰਥੀਆਂ ਦੇ ਮਾਪਿਆਂ ਤੇ ਸਰਪ੍ਰਸਤਾਂ ਵੱਲੋਂ ਦਾਇਰ ਕੀਤਾ ਗਿਆ ਹੈ। ਮੁਕੱਦਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਕੂਲ ਪ੍ਰਬੰਧਕਾਂ ਨੂੰ 2011 ਤੋਂ ਪਤਾ ਸੀ ਕਿ ਵਿਦਿਆਰਥਣਾਂ ਨਾਲ ਹੋਰ ਵਿਦਿਆਰਥੀ, ਅਧਿਆਪਕ ਅਤੇ ਕੋਚਾਂ ਵੱਲੋਂ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਹਨਾਂ ਨੇ ਇਸ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕਿਆ। ਮੁਕੱਦਮੇ ਵਿੱਚ ਕਿਹਾ ਗਿਆ ਹੈ ਕਿ MSM ਨੇ ਬਲਾਤਕਾਰ ਨੂੰ ਉਤਸ਼ਾਹਿਤ ਕੀਤਾ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ MSM ਨੇ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਨੂੰ ਰੋਕਣ ਜਾਂ ਉਸ ਦੀ ਸ਼ਿਕਾਇਤ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ, ਸਗੋਂ ਸ਼ਿਕਾਇਤ ਕਰਨ ਵਾਲੀਆਂ ਔਰਤਾਂ ਅਤੇ ਕੁੜੀਆਂ ਨਾਲ ਦੁਰਵਿਵਹਾਰ ਕੀਤਾ। ਮਾਊਂਟ ਸੇਂਟ ਮੇਰੀ ਦੀ ਪ੍ਰਿੰਸੀਪਲ ਲੌਰਾ ਕੇਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਮੁਕੱਦਮੇ ਬਾਰੇ ਜਾਣੂ ਨੇ, ਪਰ ਇਸ ਮਾਮਲੇ ਤੇ ਉਹ ਅਜੇ ਕੋਈ ਟਿੱਪਣੀ ਨਹੀਂ ਕਰ ਸਕਦੀ। ਜਦੋਂ ਤੋਂ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਹੈ, ਰੂਸ ਦੇ ਨਾਲ-ਨਾਲ ਹੋਰ ਛੋਟੇ ਵੱਡੇ ਦੇਸ਼ਾਂ ਨੇ ਰੂਸ ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਨੇ। ਇਸ ਜੰਗ ਦੌਰਾਨ ਸਾਰੇ ਦੇਸ਼ਾਂ ਨੇ ਇਕਜੁੱਟ ਹੋ ਕੇ ਰੂਸ ਦੀ ਨਿੰਦਾ ਕੀਤੀ ਹੈ। ਸਾਰੇ ਦੇਸ਼ ਪਾਬੰਦੀਆਂ ਲਗਾ ਕੇ ਰੂਸ ਨੂੰ ਯੂਕਰੇਨ ਨਾਲ ਜੰਗ ਵਿੱਚ ਕਮਜ਼ੋਰ ਕਰਨਾ ਚਾਹੁੰਦੇ ਨੇ। ਅਮਰੀਕਾ, ਬ੍ਰਿਟੇਨ, ਫਰਾਂਸ ਵਰਗੇ ਕਈ ਦੇਸ਼ ਪਹਿਲਾਂ ਹੀ ਰੂਸ ਤੋਂ ਨਾਰਾਜ਼ ਨੇ। ਇਹ ਦੇਸ਼ ਰੂਸ ਤੇ ਪਹਿਲਾਂ ਹੀ ਕਈ ਪਾਬੰਦੀਆਂ ਲਗਾ ਚੁੱਕੇ ਨੇ। ਹੁਣ ਕੈਨੇਡਾ ਵੀ ਇਸ ਲੜੀ ਵਿੱਚ ਸ਼ਾਮਲ ਹੋ ਗਿਆ। ਜਨਤਕ ਸੁਰੱਖਿਆ ਮੰਤਰੀ ਮਾਰਕੋ ਮੈਡੀਸਨ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ ਨੇ ਯੂਕਰੇਨ ਵਿੱਚ ਸੰਘਰਸ਼ ਨੂੰ ਲੈ ਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਲਗਭਗ 1000 ਰੂਸੀ ਨਾਗਰਿਕਾਂ ਦੀ ਐਂਟਰੀ ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਮੈਡੀਸਨ ਨੇ ਕਿਹਾ ਹੈ ਕਿ ਕੈਨੇਡਾ ਪੁਤਿਨ ਸ਼ਾਸਨ ਵੱਲੋਂ ਕੀਤੇ ਗਏ ਬੇਰਹਿਮ ਹਮਲੇ ਦਾ ਸਾਹਮਣਾ ਕਰਨ ਵਿੱਚ ਯੂਕਰੇਨ ਦੇ ਨਾਲ ਖੜਾ ਹੈ ਅਤੇ ਅਸੀਂ ਰੂਸ ਨੂੰ ਉਸ ਦੇ ਅਪਰਾਧਾਂ ਲਈ ਜਵਾਬਦੇਹ ਠਹਿਰਾਵਾਂਗੇ। ਇਸ ਲਈ ਅਸੀਂ ਹੁਣ ਐਲਾਨ ਕੀਤਾ ਹੈ ਕਿ ਅਸੀਂ ਲਗਭਗ ਪੁਤਿਨ ਅਤੇ ਉਹਨਾਂ ਦੇ ਸਾਥੀਆਂ ਸਣੇ 1000 ਰੂਸੀਆਂ ਦੇ ਕੈਨੇਡਾ ਵਿੱਚ ਦਾਖਲ ਹੋਣ ਤੇ ਪਾਬੰਦੀ ਲਗਾ ਰਹੇ ਹਾਂ।
ਕੈਨੇਡਾ ਵੱਲੋਂ ਰੂਸੀ ਟੀਵੀ ਚੈਨਲ ਤੇ ਪਾਬੰਦੀ ਲਗਾਏ ਜਾਣ ਮਗਰੋਂ ਰੂਸ ਦੇ ਵਿਦੇਸ਼ ਮੰਤਰਾਲਾ ਨੇ ਬੁੱਧਵਾਰ ਨੂੰ ਵੱਡਾ ਐਲਾਨ ਕੀਤਾ। ਮੰਤਰਾਲੇ ਦੀ ਬੁਲਾਰਨ ਮਾਰੀਆ ਜ਼ਾਖਾਰੋਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੂਸ ਕੈਨੇਡੀਅਨ ਨਿਊਜ਼ ਚੈਨਲ CBC ਦੇ ਮਾਸਕੋ ਬਿਊਰੋ ਨੂੰ ਬੰਦ ਕਰਨ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਰੂਸੀ ਟੀਵੀ ਸਟੇਸ਼ਨ ਰਸ਼ੀਆ ਟੂਡੇ ਤੇ ਉਟਾਵਾ ਦੀ ਪਾਬੰਦੀ ਕਾਰਨ CBC ਪੱਤਰਕਾਰਾਂ ਤੋਂ ਵੀਜ਼ਾ ਅਤੇ ਮਾਨਤਾ ਵੀ ਵਾਪਸ ਲਈ ਜਾ ਰਹੀ ਹੈ। ਇਸ ਤੋਂ ਪਹਿਲਾਂ ਮਾਰਚ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਅਤੇ ਕਾਰੋਬਾਰੀ ਉਲੇਗ ਡੈਰੀਪਾਸਕਾ ਸਮੇਤ ਰੂਸੀ ਲੀਡਰਸ਼ਿਪ ਦੇ ਕਰੀਬੀ 10 ਵਿਅਕਤੀਆਂ ਵਿਰੁੱਧ ਪਾਬੰਦੀਆਂ ਲਗਾਈਆਂ ਸਨ। ਕੈਨੇਡਾ ਵੱਲੋਂ ਰੂਸ ਤੇ ਪਾਬੰਦੀਆਂ ਦਾ ਐਲਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਡੱਚ ਪ੍ਰਧਾਨ ਮੰਤਰੀ ਮਾਰਕ ਰੂਟ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰੂਸ ਨੇ ਪੈਰਿਸ ਦੇ ਇਸੇ ਤਰ੍ਹਾਂ ਦੇ ਕਦਮ ਲਈ ਬਦਲਾ ਲੈਣ ਲਈ ਮਾਸਕੋ ਵਿੱਚ ਫਰਾਂਸੀਸੀ ਡਿਪਲੋਮੈਟਿਕ ਮਿਸ਼ਨਾਂ ਦੇ 34 ਕਰਮਚਾਰੀਆਂ ਨੂੰ ਕੱਢਣ ਦਾ ਫੈਸਲਾ ਕੀਤਾ। ਵਿਦੇਸ਼ ਮੰਤਰਾਲਾ ਨੇ ਫਰਾਂਸ ਵਿੱਚ ਰੂਸੀ ਡਿਪਲੋਮੈਟਿਕ ਮਿਸ਼ਨਾਂ ਤੇ 41 ਕਰਮਚਾਰੀਆਂ ਨੂੰ ਗੈਰ ਗਿਰਤੇ ਘੋਸ਼ਿਤ ਕਰਨ ਦੇ ਪੈਰਿਸ ਦੇ ਫੈਸਲੇ ਦਾ ਵਿਰੋਧ ਕਰਨ ਲਈ ਰੂਸ ਵਿੱਚ ਫਰਾਂਸ ਦੇ ਰਾਜਦੂਤ ਪੀਅਰੇ ਲੇਵੀ ਨੂੰ ਤਲਬ ਕੀਤਾ। ਮੰਤਰਾਲੇ ਨੇ ਕਿਹਾ ਕਿ ਪ੍ਰਤੀਕਿਰਿਆ ਦੇ ਤੌਰ ਤੇ ਰੂਸ ਵਿੱਚ ਫਰਾਂਸੀਸੀ ਡਿਪਲੋਮੈਟਿਕ ਮਿਸ਼ਨਾਂ ਦੇ 34 ਕਰਮਚਾਰੀਆਂ ਨੂੰ ਗੈਰ ਗਿਰਤੇ ਵਿਅਕਤੀ ਘੋਸ਼ਿਤ ਕੀਤਾ ਗਿਆ ਹੈ। ਉਹਨਾਂ ਨੂੰ ਰਾਜਦੂਤ ਨੂੰ ਸੰਬੰਧਿਤ ਨੋਟ ਦੀ ਸਪੁਰਦਗੀ ਦੀ ਮਿਤੀ ਤੋਂ 2 ਹਫ਼ਤਿਆਂ ਦੇ ਅੰਦਰ ਰੂਸ ਦੇ ਖੇਤਰ ਨੂੰ ਛੱਡਣ ਦਾ ਹੁਕਮ ਦਿੱਤਾ ਗਿਆ ਹੈ। ਅਪ੍ਰੈਲ ਵਿੱਚ ਫਰਾਂਸੀਸੀ ਖੂਫੀਆ ਸੇਵਾਵਾਂ ਦੁਆਰਾ ਇਸ ਦੇ ਖੇਤਰ ਵਿੱਚ ਇੱਕ ਗੁਪਤ ਕਾਰਵਾਈ ਦਾ ਪਰਦਾਫਾਸ਼ ਕਰਨ ਤੋਂ ਬਾਅਦ ਫਰਾਂਸ ਨੇ ਕੂਟਨੀਤਿਕ ਕਵਰ ਹੇਠ ਜਸੂਸ ਵਜੋਂ ਕੰਮ ਕਰਨ ਦੇ ਸ਼ੱਕ ਵਿੱਚ 6 ਰੂਸੀਆਂ ਨੂੰ ਕੱਢ ਦਿੱਤਾ। ਰੂਸ ਨੇ ਫਰਵਰੀ ਦੇ ਆਖਰੀ ਹਫ਼ਤੇ ਵਿੱਚ ਯੂਕਰੇਨ 'ਚ ਆਪਣੀ ਵਿਸ਼ੇਸ਼ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਕਈ ਪੱਛਮੀ ਦੇਸ਼ਾਂ ਨੇ ਚੱਲ ਰਹੀ ਜੰਗ ਵਿੱਚ ਕੀਵ ਦਾ ਸਮਰਥਨ ਕੀਤਾ ਹੈ ਅਤੇ ਰੂਸ ਤੇ ਕਈ ਪਾਬੰਦੀਆਂ ਲਗਾਈਆਂ ਨੇ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਹਾਦਸਿਆਂ, ਖੁਦਕੁਸ਼ੀਆਂ, ਇੱਥੋਂ ਤੱਕ ਕਿ ਕਤਲਾਂ ਸਮੇਤ ਕਈ ਘਟਨਾਵਾਂ ਦੇ ਨਾਲ-ਨਾਲ ਭਾਰਤ ਦੇ ਵਿਦਿਆਰਥੀਆਂ ਤੱਕ ਆਪਣੀ ਪਹੁੰਚ ਵਧਾ ਰਹੇ ਨੇ। ਇਨ੍ਹਾਂ ਪਹਿਲ ਕਦਮੀਆਂ ਵਿੱਚ ਵਿਦਿਆਰਥੀਆਂ ਨੂੰ ਟਰੈਕ ਕਰਨ ਅਤੇ ਉਹਨਾਂ ਨੂੰ ਰਜਿਸਟਰ ਕਰਨ ਲਈ ਇੱਕ ਡੇਟਾਬੇਸ ਤਿਆਰ ਕਰਨਾ ਹੈ। ਅਜਿਹਾ ਤਾਜ਼ਾ ਦੁਖਾਂਤ ਐਤਵਾਰ ਨੂੰ ਸਾਹਮਣੇ ਆਇਆ ਜਦੋਂ ਪੀਲ ਰੀਜਨਲ ਪੁਲਿਸ ਨੂੰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ 20 ਸਾਲਾ ਨਵਕਿਰਨ ਸਿੰਘ ਦੀ ਲਾਸ਼ ਗ੍ਰੇਟਰ ਟੋਰਾਂਟੋ ਖੇਤਰ ਦੇ ਬਰੈਂਪਟਨ ਵਿੱਚ ਕ੍ਰੈਡਿਟ ਵੈਲੀ ਨਦੀ ਵਿੱਚ ਡੁੱਬੀ ਹੋਈ ਮਿਲੀ। ਅਜੇ ਤੱਕ ਮੌਤ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। ਇਸੇ ਸਾਲ ਹੋਈਆਂ ਮੌਤਾਂ ਦੀ ਇੱਕ ਲੜੀ ਵਿੱਚ ਇਹ ਸਭ ਤੋਂ ਤਾਜ਼ਾ ਉਦਾਹਰਣ ਹੈ ਜਿਸ ਵਿੱਚ ਭਾਰਤ ਦੇ 5, ਪੰਜਾਬ ਦੇ 4 ਅਤੇ ਹਰਿਆਣਾ ਦਾ ਇੱਕ ਵਿਦਿਆਰਥੀ ਸ਼ਾਮਲ ਹੈ ਜੋ ਓਨਟਾਰੀਓ ਵਿੱਚ ਇੱਕ ਸੜਕ ਹਾਦਸੇ ਵਿੱਚ ਮਾਰੇ ਗਏ ਨੇ ਅਤੇ ਮਾਰਚ ਵਿੱਚ ਕਾਰਤਿਕ ਵਾਸੂਦੇਵ ਨੂੰ ਅਪ੍ਰੈਲ ਵਿੱਚ ਟੋਰਾਂਟੋ 'ਚ ਗੋਲੀ ਮਾਰ ਦਿੱਤੀ ਗਈ ਸੀ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਅਨੁਸਾਰ 2021 ਵਿੱਚ ਭਾਰਤੀ ਵਿਦਿਆਰਥੀਆਂ ਨੂੰ 1,50,171 ਸਟੱਡੀ ਪਰਮਿਟ ਦਿੱਤੇ ਗਏ ਜੋ ਕਿ 2020 ਨਾਲੋਂ ਲਗਭਗ ਦੁੱਗਣੇ ਨੇ। 2020 ਵਿੱਚ ਇਹ ਗਿਣਤੀ 76,149 ਸੀ ਜੋ ਕਿ ਕੋਵਿਡ-19 ਮਹਾਮਾਰੀ ਅਤੇ ਯਾਤਰਾ ਤੇ ਪਾਬੰਦੀਆਂ ਕਾਰਨ ਵੱਡੀ ਗਿਰਾਵਟ ਸੀ। ਹਾਲਾਂਕਿ 2022 ਵਿੱਚ ਕੈਨੇਡੀਅਨ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪਹੁੰਚਣ ਵਾਲੇ ਭਾਰਤੀ ਵਿਦਿਆਰਥੀ ਇੱਕ ਨਵਾਂ ਰਿਕਾਰਡ ਬਣਾ ਸਕਦੇ ਨੇ ਅਤੇ ਇਹ 2019 ਵਿੱਚ 1,77,687 ਦੇ ਪਿਛਲੀ ਗਿਣਤੀ ਨੂੰ ਦੁਹਰਾ ਸਕਦਾ ਹੈ। ਇਸੇ ਸਮੂਹ ਦੇ ਅੰਦਰ ਮੌਤਾਂ ਦੇ ਰੁਝਾਨ ਨੂੰ ਲੈ ਕੇ ਕੈਨੇਡਾ ਵਿੱਚ ਭਾਰਤ ਦੇ ਮਿਸ਼ਨਾਂ ਨੇ ਭਾਰਤ ਦੇ ਵਿਦਿਆਰਥੀਆਂ ਦਾ ਇੱਕ ਡੇਟਾਬੇਸ ਬਣਾਉਣ ਅਤੇ ਉਹਨਾਂ ਦੇ ਠਿਕਾਣਿਆਂ ਦਾ ਨਕਸ਼ਾ ਬਣਾਉਣ ਲਈ ਕੈਨੇਡਾ ਭਰ ਦੀਆਂ ਯੂਨੀਵਰਸਿਟੀਆਂ ਤੱਕ ਪਹੁੰਚ ਕੀਤੀ ਹੈ। ਇਸ ਤੋਂ ਇਲਾਵਾ ਮਿਸ਼ਨ ਭਾਈਚਾਰਕ ਸੰਸਥਾਵਾਂ ਅਤੇ ਖਾਸ ਤੌਰ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀਆਂ ਐਸੋਸੀਏਸ਼ਨਾਂ ਨਾਲ ਵੀ ਤਾਲਮੇਲ ਕਰ ਰਹੇ ਨੇ ਕਿਉਂਕਿ ਉਹ ਸਭ ਤੋਂ ਪਹਿਲਾਂ ਹਨ ਜੋ ਜਾਣੂ ਹੁੰਦੇ ਨੇ ਕਿ ਕੋਈ ਵਿਦਿਆਰਥੀ ਤਣਾਅ ਵਿੱਚੋਂ ਲੰਘ ਰਿਹਾ ਹੈ ਜਾਂ ਅਸਧਾਰਨ ਵਿਵਹਾਰ ਕਰ ਰਿਹਾ ਹੈ। ਇੱਕ ਸੀਨੀਅਰ ਭਾਰਤੀ ਅਧਿਕਾਰੀ ਨੇ ਕਿਹਾ ਕਿ ਅਪ੍ਰੈਲ ਵਿੱਚ ਭਾਰਤੀ ਮਿਸ਼ਨਾਂ ਨੇ ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਸਮੇਤ ਭਾਰਤੀ ਨਾਗਰਿਕਾਂ ਲਈ ਇੱਕ ਨਵਾਂ ਰਜਿਸਟ੍ਰੇਸ਼ਨ ਪੋਰਟਲ ਵੀ ਲਾਂਚ ਕੀਤਾ ਸੀ ਜੋ ਵੱਡੀ ਗਿਣਤੀ ਵਿੱਚ ਮਾਰੇ ਗਏ ਵਿਦਿਆਰਥੀਆਂ ਸਮੇਤ ਭਾਈਚਾਰੇ ਦੁਆਰਾ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਾ ਸੀ। ਪਿਛਲੇ ਸਾਲ ਨਵੰਬਰ ਵਿੱਚ ਆਊਟਲੈਟ ਪੁਆਇੰਟਰ ਨੇ ਰਿਪੋਰਟ ਦਿੱਤੀ ਸੀ ਕਿ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਇੱਕ ਅੰਤਮ ਸੰਸਕਾਰ ਘਰ ਵਿੱਚ ਹਰ ਮਹੀਨੇ 5 ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਦਰਜ ਕੀਤੀਆਂ ਸਨ। ਉਸ ਸਮੇਂ ਟੋਰਾਂਟੋ ਵਿੱਚ ਲਾਰਡਸ ਫਿਨਰਲ ਐਂਡ ਕ੍ਰਿਮੀਨੇਸ਼ਨ ਸੈਂਟਰ ਦੇ ਪ੍ਰੋਪਰਾਈਟਰ ਕਮਲ ਭਾਰਦਵਾਜ ਨੇ ਕਿਹਾ ਕਿ ਉਹ ਹਰ ਮਹੀਨੇ 5 ਤੋਂ 6 ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਸੰਭਾਲਦੇ ਨੇ। ਹਾਲਾਂਕਿ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਹੈ। ਕੁਝ ਸਰੀਰਾਂ ਤੇ ਨਿਸ਼ਾਨ ਹੁੰਦੇ ਨੇ ਜੋ ਸੰਭਾਵਿਤ ਖੁਦਕੁਸ਼ੀ ਦਾ ਸੰਕੇਤ ਦਿੰਦੇ ਨੇ ਅਤੇ ਹੋਰਾਂ ਦੇ ਓਵਰਡੋਜ਼ ਦੇ ਸੰਕੇਤ ਹੁੰਦੇ ਨੇ। ਉਹਨਾਂ ਨੇ ਦੱਸਿਆ ਕਿ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਪਿਛਲੇ ਕਾਫੀ ਸਮੇਂ ਤੋਂ ਕੁਝ ਮੈਂਬਰ ਪਾਰਲੀਮੈਂਟ ਇੱਕ ਸੰਸਥਾ ਵੱਲੋਂ ਸਰਕਾਰ ਕੋਲੋਂ ਕੈਨੇਡਾ ਦੀ ਇਮੀਗ੍ਰੇਸ਼ਨ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਬਹੁਤ ਸਾਰੇ ਕੈਨੇਡਾ 'ਚ
ਅਜਿਹੇ ਕਾਮੇ ਨੇ ਜੋ ਲੰਬੇ ਸਮੇਂ ਤੋਂ ਸਰਕਾਰ ਨੂੰ ਟੈਕਸ ਦੇ ਰਹੇ ਨੇ ਤੇ ਵਰਕ ਪਰਮਿਟ ਤੇ ਕੰਮ ਕਰ ਰਹੇ ਨੇ। ਉਹਨਾਂ ਦਾ ਪੱਕੇ ਹੋਣ ਵਿੱਚ ਆਇਲਸ ਇੱਕ ਅੜਿੱਕਾ ਹੈ ਜੋ ਖਤਮ ਕੀਤਾ ਜਾਵੇ। ਸਰਕਾਰ ਨੇ ਇਮੀਗ੍ਰੇਸ਼ਨ ਦੀ ਸਹਿਮਤੀ ਨਾਲ ਮੰਗ ਪ੍ਰਵਾਨ ਕਰ ਲਈ ਹੈ ਤੇ ਇੱਕ ਮਤੇ ਨੂੰ ਪਾਸ ਕਰ ਦਿੱਤਾ ਹੈ। ਦੱਸ ਦੇਣਾ ਚਾਹੁੰਦੇ ਹਾਂ ਕਿ ਸਰਕਾਰ ਨੇ ਕੈਨੇਡਾ 'ਚ ਕੰਮ ਕਰ ਰਹੇ ਵਰਕ ਪਰਮਿਟਾਂ ਨੂੰ ਇਹ ਰਾਹਤ ਦਿੱਤੀ ਹੈ। ਪਤਾ ਲੱਗਿਆ ਕਿ ਕਾਫੀ ਲੰਬੇ ਸਮੇਂ ਤੋਂ ਕੋਈ 20,000 ਤੋਂ ਵੱਧ ਅਜਿਹੇ ਕਾਮੇ ਨੇ ਜੋ 10 ਸਾਲ 5 ਸਾਲ ਤੋਂ ਕੈਨੇਡਾ ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਕਾਫੀ ਧਨ ਦੇ ਚੁੱਕੇ ਨੇ, ਪਰ ਉਹ ਪੱਕੇ ਨਹੀਂ ਹੋ ਸਕਦੇ। ਇਹ ਲੋਕ ਅੰਗਰੇਜ਼ੀ ਪੱਖੋਂ ਕਾਫੀ ਕਮਜ਼ੋਰ ਹੋਣ ਕਾਰਨ ਇਹ ਆਇਲਸ ਪਾਸ ਨਹੀਂ ਕਰ ਸਕਦੇ। ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਨੇ ਦੱਸਿਆ ਕਿ ਇਸ ਫੈਸਲੇ ਨੂੰ ਲੈ ਕੇ ਖੁਸ਼ੀ ਤੇ ਰਾਹਤ ਮਹਿਸੂਸ ਕਰ ਰਹੇ ਹਾਂ। ਅਮਰੀਕਾ 'ਚ ਇੱਕ ਕੈਬ ਡਰਾਈਵਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ਨੇ ਇੱਕ ਜੋੜੇ ਨੂੰ ਕਾਰ 'ਚੋਂ ਬਾਹਰ ਕੱਢਿਆ ਕਿਉਂਕਿ ਔਰਤ ਨੇ ਨਸਲੀ ਟਿੱਪਣੀ ਕੀਤੀ। ਡਰਾਈਵਰ ਜੇਮਸ ਬੌਡੇ ਨੇ ਆਪਣੇ ਡੈਸ਼ਬੋਰਡ ਤੇ ਲੱਗੇ ਕੈਮਰੇ ਨਾਲ ਗੱਲਬਾਤ ਰਿਕਾਰਡ ਕੀਤੀ। ਇਹ ਘਟਨਾ ਪੈਨਸਿਲਵੇਨੀਆ ਵਿੱਚ ਫੌਜ਼ਲ ਜ਼ਲਾਸਟ ਸਟੈਂਡ ਬਾਰ ਦੇ ਬਾਹਰ ਵਾਪਰੀ। ਜਾਂਚ ਦੇ ਘੇਰੇ ਵਿੱਚ ਆਇਆ ਜੋੜਾ ਬਾਰ ਦਾ ਮਾਲਕ ਦੱਸਿਆ ਜਾਂਦਾ ਹੈ। ਵੀਡੀਓ ਕਲਿੱਪ ਵਿੱਚ ਨਜ਼ਰ ਆ ਰਿਹਾ ਕਿ ਜੇਮਸ ਬੌਡ ਆਪਣੇ ਯਾਤਰੀਆਂ ਨੂੰ ਨਮਸਕਾਰ ਕਰਦਾ ਹੈ ਤੇ ਕੁਝ ਪਲਾਂ ਬਾਅਦ ਔਰਤ ਕੈਬ ਵਿੱਚ ਦਾਖਲ ਹੁੰਦੀ ਹੈ, ਜਿਸ ਦਾ ਨਾਮ ਜੈਕੀ ਦੱਸਿਆ ਜਾ ਰਿਹਾ ਹੈ। ਔਰਤ ਕਹਿੰਦੀ ਹੈ, ਵਾਹ ਤੁਸੀਂ ਗੋਰੇ ਵਰਗੇ ਹੋ। ਇਸ ਤੇ ਸ਼੍ਰੀਮਾਨ ਬੋਡੇ ਪੁੱਛਦੇ ਨੇ, ਮਾਫ ਕਰਨਾ ਇਹ ਕੀ ਹੈ? ਔਰਤ ਫਿਰ ਹੱਸ ਕੇ ਅਤੇ ਡਰਾਈਵਰ ਦੇ ਮੋਢੇ ਤੇ ਹੱਥ ਮਾਰ ਕੇ ਤੇਜ਼ੀ ਨਾਲ ਬਦਲ ਰਹੇ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਬੋਡੇ ਨੂੰ ਇਹ ਪਸੰਦ ਨਹੀਂ ਆਉਂਦਾ ਅਤੇ ਜੈਕੀ ਨੂੰ ਕਾਰ ਤੋਂ ਬਾਹਰ ਨਿਕਲਣ ਲਈ ਕਹਿੰਦਾ ਹੈ। ਉਹ ਕਹਿੰਦੇ ਨੇ ਕਿ ਬੇਇਨਸਾਫੀ ਹੈ, ਇਹ ਪੂਰੀ ਤਰ੍ਹਾਂ ਨਾਲ ਬੇਇਨਸਾਫੀ। ਜੇਕਰ ਇਸ ਤੇ ਕੋਈ ਗੋਰਾ ਨਹੀਂ ਬੈਠਾ ਹੈ ਤਾਂ ਇਸ ਨਾਲ ਕੀ ਫਰਕ ਪੈਂਦਾ ਹੈ? ਜੈਕੀ ਫਿਰ ਬੋਡੇ ਨਾਲ ਪੁਸ਼ਟੀ ਕਰਦਾ ਹੈ ਕਿ ਉਹ ਗੰਭੀਰਤਾ ਨਾਲ ਉਸ ਨੂੰ ਕੈਬ ਵਿੱਚ ਛੱਡਣ ਲਈ ਕਹਿ ਰਿਹਾ। ਇਸ ਦੌਰਾਨ ਜੈਕੀ ਦੇ ਨਾਲ ਆਏ ਵਿਅਕਤੀ ਨੇ ਮਿਸਟਰ ਬੋਡੇ ਨੂੰ ਗਾਲਾਂ ਕੱਢੀਆਂ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੂੰ ਨਸਲਵਾਦੀ ਦੱਸਦੇ ਨੇ। ਆਪਣੀ ਫੇਸਬੁੱਕ ਪੇਜ ਤੇ ਉਸਨੇ ਪੂਰੀ ਗੱਲਬਾਤ ਨੂੰ ਅਪਲੋਡ ਕੀਤਾ ਹੈ ਤੇ ਲਿਖਿਆ ਕਿ ਉਸਨੇ ਪੁਲਿਸ ਰਿਪੋਰਟ ਦਰਜ ਕਰਵਾਈ ਹੈ, ਪਰ ਉਸ ਨੂੰ ਯਕੀਨ ਨਹੀਂ ਹੈ ਕਿ ਇਸ ਤੋਂ ਕੁਝ ਨਿਕਲੇਗਾ ਕਿ ਨਹੀਂ। ਕੈਨੇਡਾ ਦੇ ਟੋਰਾਂਟੋ ਇਲਾਕੇ ਵਿੱਚ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਵਿੱਚ ਪੰਜਾਬੀਆਂ ਦੀ ਜ਼ਿਕਰਯੋਗ ਸ਼ਮੂਲੀਅਤ ਦੀਆਂ ਖਬਰਾਂ ਮਿਲਣੀਆਂ ਜਾਰੀ ਨੇ ਅਤੇ ਇਸ ਸਾਲ ਦੇ ਬੀਤੇ 138 ਦਿਨਾਂ ਦੌਰਾਨ ਲਗਭਗ 90 ਪੰਜਾਬੀ ਸ਼ੱਕੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ, ਜਿਨ੍ਹਾਂ ਵਿੱਚ ਕੁਝ ਕੁੜੀਆਂ ਦੀਆਂ ਗ੍ਰਿਫਤਾਰੀਆਂ ਵੀ ਸ਼ਾਮਲ ਨੇ। ਬ੍ਰੈਂਪਟਨ, ਕੈਲਗਨ ਅਤੇ ਮਿਸਿਸਾਗਾ ਸ਼ਹਿਰਾਂ ਵਿੱਚੋਂ ਸ਼ੱਕੀਆਂ ਖਿਲਾਫ ਪੁਲਿਸ ਕਾਰਵਾਈ ਦੀ ਚਰਚਾ ਬਣੀ ਰਹਿੰਦੀ ਹੈ। ਬੀਤੇ ਇੱਕ ਹਫ਼ਤੇ ਦੌਰਾਨ ਹੀ ਵਾਹਨ ਚੋਰਾਂ ਦੇ ਮਾਮਲੇ ਵਿੱਚ ਅਰਸ਼ਜੋਤ ਸਿੰਘ ਤੇ ਨਵਦੀਪ ਚੌਹਾਨ, ਨਜਾਇਜ਼ ਹਥਿਆਰ ਤੇ ਨਸ਼ਿਆਂ ਦੇ ਕੇਸਾਂ ਵਿੱਚ ਕੁਲਦੀਪ ਸਿੰਘ, ਸਹਿਜੋਤ ਸਿੰਘ, ਤਰਨਜੀਤ ਸਿੰਘ ਅਤੇ ਸ਼ਰਾਬੀ ਹੋ ਕੇ ਹਾਦਸਾ ਕਰਨ ਦੇ ਕੇਸਾਂ ਵਿੱਚ ਅਜੇਪਾਲ ਸਿੰਘ ਪਰਮਾਰ ਤੇ ਤੇਜਾ ਸਿੰਘ ਮਾਨ ਗ੍ਰਿਫਤਾਰ ਕਰਕੇ ਚਾਰਜ ਕੀਤੇ ਗਏ ਨੇ। ਇਹ ਵੀ ਕਿ ਗ੍ਰਿਫਤਾਰ ਹੋਣ ਤੋਂ ਬਾਅਦ ਮੁਕੱਦਮੇ ਭੁਗਤਦਿਆਂ ਅਕਸਰ ਦੋਸ਼ੀਆਂ ਨੂੰ ਕੈਨੇਡਾ ਚੋਂ ਕੱਢੇ ਜਾਣ ਦਾ ਸਹਿਮ ਸਤਾਉਣ ਲੱਗ ਜਾਂਦਾ ਹੈ। ਰਾਸ਼ਟਰੀ ਤੇ ਵਿਰਾਸਤੀ ਸਮਾਰਕ ਦੀ ਹੈਸੀਅਤ ਰੱਖਣ ਵਾਲੇ ਜਲਿਆਂਵਾਲੇ ਬਾਗ ਦੇ ਖੁੱਲ੍ਹਣ ਅਤੇ ਬੰਦ ਕੀਤੇ ਜਾਣ ਬਾਰੇ ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰਸਟ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਦੇ ਬਾਅਦ ਇਸ ਦਾ ਵਿਰੋਧ ਉੱਠਣ ਤੋਂ ਬਾਅਦ ਇਸ ਸੰਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਰ ਨੇ CRPC ਦੀ ਧਾਰਾ 133 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਆਮ ਨਾਗਰਿਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਲੋਕਾਂ ਦੀ ਸੈਰ ਲਈ ਗਰਮੀਆਂ 'ਚ ਸਵੇਰੇ 6 ਵਜੇ ਅਤੇ ਸਰਦੀਆਂ 'ਚ ਸਵੇਰੇ 7 ਵਜੇ ਜਲਿਆਂਵਾਲੇ ਬਾਗ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਨੇ ਅਤੇ ਸ਼ਾਮ ਨੂੰ ਜਲਿਆਂਵਾਲੇ ਬਾਗ ਬੰਦ ਕਰਨ ਦਾ ਸਮਾਂ 8:30 ਵਜੇ ਹੋਏਗਾ। ਦੱਸਣਯੋਗ ਹੈ ਕਿ ਆਪਣੀ ਹੀ ਸਰਕਾਰ ਪਾਸੋਂ ਜਲਿਆਂਵਾਲੇ ਬਾਗ ਦੀ ਨਵ ਉਸਾਰੀ ਤੇ ਸੁੰਦਰੀਕਰਨ ਤੇ ਕੀਤੇ ਖਰਚਿਆਂ ਦਾ ਲੇਖਾ ਜੋਖਾ ਮੰਗਣ ਵਾਲੀ ਸਾਬਕਾ ਕੈਬਨਿਟ ਮੰਤਰੀ ਪ੍ਰੋਫੈਸਰ ਲਕਸ਼ਮੀਕਾਂਤ ਚਾਵਲਾ ਨੇ ਸਮਾਰਕ ਦੇ ਸਵੇਰੇ 9 ਵਜੇ ਖੋਲ੍ਹਣ ਅਤੇ ਸ਼ਾਮ 7 ਵਜੇ ਬੰਦ ਕੀਤੇ ਜਾਣ ਬਾਰੇ ਹੁਕਮਾਂ ਤੇ ਸਵਾਲ ਚੁੱਕੇ ਸੀ। ਉਹਨਾਂ ਦੇ ਇਲਾਵਾ ਆਮ ਨਾਗਰਿਕਾਂ 'ਚ ਵੀ ਕਾਫੀ ਰੋਸ ਸੀ। ਸੂਦਰ ਨੇ ਦੱਸਿਆ ਕਿ ਜਲਿਆਂਵਾਲੇ ਬਾਗ ਵਿੱਚ ਆਮ ਨਾਗਰਿਕ ਸਵੇਰੇ ਅਤੇ ਸ਼ਾਮ ਦੀ ਸੈਰ ਕਰਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਨੇ। ਉਹਨਾਂ ਨੇ ਸਪਸ਼ਟ ਕੀਤਾ ਕਿ ਜਲਿਆਂਵਾਲਾ ਬਾਗ ਮਿਊਜ਼ੀਅਮ ਅਤੇ ਗੈਲਰੀ ਆਪਣੇ ਤੈਅਸ਼ੁਦਾ ਸਮੇਂ ਤੇ ਖੋਲ੍ਹੇ ਜਾਣਗੇ। ਇਸ ਵਿੱਚ ਬਾਰੇ ਟਰਸਟੀ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਕਿ ਸਮਾਰਕ ਦੇ ਖੋਲ੍ਹਣ ਸੰਬੰਧੀ ਲਏ ਗਏ ਨਵੇਂ ਫੈਸਲੇ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਸਮੁੰਦਰ ਤਲ ਤੋਂ 15,225 ਫੁੱਟ ਦੀ ਉਚਾਈ ਤੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਰਜਿਸਟ੍ਰੇਸ਼ਨ ਤੇ ਸਲਾਟ ਬੁਕਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਹੇਮਕੁੰਟ ਸਾਹਿਬ ਦੇ ਲੋਕਪਾਲ ਲਕਸ਼ਮਣ ਮੰਦਿਰ ਦੇ ਕਿਵਾੜ 22 ਮਈ ਤੋਂ ਸ਼ਰਧਾਲੂਆਂ ਲਈ ਖੋਲ੍ਹੇ ਜਾਣੇ ਨੇ। ਦਰਸ਼ਨਾਂ ਲਈ ਪਹਿਲਾ ਜਥਾ ਅੱਜ ਰਿਸ਼ੀਕੇਸ਼ ਤੋਂ ਰਵਾਨਾ ਹੋਏਗਾ, ਜਿਸ ਨੂੰ ਰਾਜਪਾਲ ਲੈਫਟੀਨੈਂਟ ਜਨਰਲ ਰਿਟਾਇਰਡ ਗੁਰਮੀਤ ਸਿੰਘ ਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਹਰੀ ਝੰਡੀ ਦਿਖਾਉਣਗੇ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਰਿਸ਼ੀਕੇਸ਼ ਵਿੱਚ ਬੁੱਧਵਾਰ ਤੋਂ ਐਥਿਕਸ ਇਨਫੋਟੈਕ ਕੰਪਨੀ ਨੇ ਰਜਿਸਟ੍ਰੇਸ਼ਨ ਕੇਂਦਰ ਸ਼ੁਰੂ ਕਰ ਦਿੱਤੀ ਹੈ। ਇੱਥੇ ਸ਼ਰਧਾਲੂਆਂ ਦੀ ਆਫਲਾਈਨ ਰਜਿਸਟ੍ਰੇਸ਼ਨ ਹੋ ਰਹੀ ਹੈ। ਟਰਸਟ ਦੇ ਉਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਯਾਤਰਾ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ। ਪੈਦਲ ਮਾਰਗ ਤੇ ਵੀ ਆਵਾਜਾਈ ਸੁਚਾਰੂ ਹੋ ਗਈ ਹੈ। ਉਹਨਾਂ ਨੇ ਦੱਸਿਆ ਕਿ ਧਾਮ ਲਈ ਸ਼ਰਧਾਲੂਆਂ ਦਾ ਜਥਾ ਰਵਾਨਾ ਹੋਣ ਤੋਂ ਪਹਿਲਾਂ
ਦਰਬਾਰ ਹਾਲ ਵਿੱਚ ਕੀਰਤਨ ਵੀ ਹੋਏਗਾ। ਇਸ ਵਿੱਚ ਕੀਰਤਨੀ ਰਾਗੀ ਜਥੇ ਅਤੇ ਹੇਮਕੁੰਟ ਸਾਹਿਬ ਗੁਰਮਤਵਾਲ ਵਿਦਿਆਲਾ ਦੇ ਵਿਦਿਆਰਥੀ ਹਿੱਸਾ ਲੈਣਗੇ। ਹੇਮਕੁੰਟ ਸਾਹਿਬ ਵਿੱਚ ਵੀ 4 ਧਾਮ ਦੀ ਤਰਜ਼ ਤੇ ਕੈਰਿੰਗ ਕੈਪੈਸਿਟੀ ਦੇ ਹਿਸਾਬ ਨਾਲ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਗਿਣਤੀ ਤੈਅ ਕੀਤੀ ਗਈ ਹੈ। ਹੇਮਕੁੰਟ ਸਾਹਿਬ ਵਿੱਚ ਰੋਜ਼ਾਨਾ ਵੱਧ ਤੋਂ ਵੱਧ 5000 ਸ਼ਰਧਾਲੂ ਹੀ ਮੱਥਾ ਟੇਕ ਸਕਣਗੇ। ਟਰਸਟ ਦੇ ਉਪ ਪ੍ਰਧਾਨ ਨੇ ਦੱਸਿਆ ਕਿ ਗਿਣਤੀ ਤੈਅ ਕੀਤੇ ਜਾਣ ਦੇ ਨਾਲ ਹੀ ਰਜਿਸਟ੍ਰੇਸ਼ਨ ਤੇ ਸਲਾਟ ਵੀ ਉਸੇ ਹਿਸਾਬ ਨਾਲ ਜਾਰੀ ਕੀਤੇ ਜਾ ਰਹੇ ਨੇ। ਹੇਮਕੁੰਟ ਸਾਹਿਬ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਵਿਵਸਥਾ ਪਹਿਲਾਂ ਹੀ ਖੋਲ੍ਹ ਦਿੱਤੀ ਗਈ ਸੀ। ਹੁਣ ਤੱਕ ਕੁੱਲ 20,000 ਸ਼ਰਧਾਲੂ ਰਜਿਸਟ੍ਰੇਸ਼ਨ ਕਰਵਾ ਚੁੱਕੇ ਨੇ। ਹਾਲਾਂਕਿ ਧਾਮ ਵਿੱਚ ਸ਼ਰਧਾਲੂਆਂ ਦੀ ਗਿਣਤੀ ਤੈਅ ਹੋਣ ਤੋਂ ਬਾਅਦ ਹੁਣ ਸਲਾਟ ਦੇ ਹਿਸਾਬ ਨਾਲ ਹੀ ਉਹਨਾਂ ਨੂੰ ਰਿਸ਼ੀਕੇਸ਼ ਤੋਂ ਅੱਗੇ ਭੇਜਿਆ ਜਾਏਗਾ। ਹਾਲੇ ਹੇਮਕੁੰਟ ਸਾਹਿਬ ਵਿੱਚ ਦਰਸ਼ਨ ਦੇ ਸਲਾਟ ਉਪਲਬਧ ਨੇ। ਟਰਸਟ ਦੇ ਪ੍ਰਬੰਧਕ ਦਰਸ਼ਨ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਲਗਭਗ 1800 ਸ਼ਰਧਾਲੂ ਹੇਮਕੁੰਟ ਲਈ ਰਵਾਨਾ ਹੋਏ। ਟੈਸਲਾ CEO ਐਲਨ ਮਸਕ ਅਤੇ ਟਵਿੱਟਰ ਦੇ CEO ਪ੍ਰਾਗ ਅਗਰਵਾਲ ਵਿਚਾਲੇ ਵਿਵਾਦ ਦੌਰਾਨ ਟਵਿੱਟਰ ਦੇ 3 ਹੋਰ ਅਧਿਕਾਰੀਆਂ ਨੇ ਟਵਿੱਟਰ ਕੰਪਨੀ ਛੱਡ ਦਿੱਤੀ ਹੈ। ਟੈਕ ਕ੍ਰੰਚ ਦੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਟਵਿੱਟਰ ਦੀ ਹੈਲਥ ਗੱਲਬਾਤ ਅਤੇ ਗ੍ਰੋਥ ਪ੍ਰੋਡਕਟ ਮੈਨੇਜਮੈਂਟ ਬਾਰੇ ਵਾਈਸ ਪ੍ਰੈਜ਼ੀਡੈਂਟ ਏਲੀਅਨ ਬ੍ਰਾਊਨ, ਟਵਿੱਟਰ ਸੇਵਾਵਾਂ ਬਾਰੇ ਵਾਈਸ ਪ੍ਰੈਜ਼ੀਡੈਂਟ ਕੈਟਰੀਨਾ ਲੇਨ ਅਤੇ ਡਾਟਾ ਸਾਇੰਸ ਵਿਭਾਗ ਦੇ ਹੈੱਡ ਮੈਕਸ ਸਮੀਜ਼ਰ ਨੇ ਕੰਪਨੀ ਤੋਂ ਅਸਤੀਫਾ ਦੇ ਦਿੱਤਾ ਹੈ। ਕੈਟਰੀਨਾ ਲੇਨ ਅਤੇ ਮੈਕਸ ਦੀ ਲਿੰਕਡਇਨ ਪ੍ਰੋਫਾਈਲ ਮੁਤਾਬਕ ਉਹ ਟਵਿੱਟਰ ਲਈ ਕ੍ਰਮਵਾਰ 1 ਅਤੇ 2 ਸਾਲਾਂ ਤੋਂ ਕੰਮ ਕਰ ਰਹੇ ਸੀ, ਜਦਕਿ ਏਲੀਅਨ ਬ੍ਰਾਊਨ ਮਾਈਕਰੋ ਬਲੌਗਿੰਗ ਪਲੇਟਫਾਰਮ ਲਈ 6 ਵਰ੍ਹਿਆਂ ਤੋਂ ਕੰਮ ਕਰ ਰਹੇ ਸੀ। ਅੱਜ ਕੰਪਨੀ ਦੇ ਇੱਕ ਤਰਜਮਾਨ ਨੇ ਕਿਹਾ, ਅਸੀਂ ਟਵਿੱਟਰ ਤੇ ਲੋਕਾਂ ਨੂੰ ਲਗਾਤਾਰ ਵਧੀਆਂ ਸੇਵਾਵਾਂ ਦੇਣ ਤੇ ਧਿਆਨ ਕੇਂਦਰਿਤ ਰੱਖਾਂਗੇ। ਅਸੀਂ ਉਹਨਾਂ ਦੀ ਸਖਤ ਮਿਹਨਤ ਅਤੇ ਅਗਵਾਈ ਲਈ ਧੰਨਵਾਦੀ ਹਾਂ। ਦੱਸਣਯੋਗ ਹੈ ਕਿ ਹੁਣੇ ਜਿਹੇ ਟਵਿੱਟਰ CEO ਅਗਰਵਾਲ ਵੱਲੋਂ 2 ਮੁੱਖ ਅਧਿਕਾਰੀਆਂ ਰੈਵਨਿਊ ਪ੍ਰੋਡਕਟ ਲੀਡਰ ਬਰੂਸ ਫਲਕ ਅਤੇ ਪ੍ਰੋਡਕਟ ਹੈਡ ਕੋਵੋਨ ਬੈਕਪੋਰ ਨੂੰ ਕੰਪਨੀ ਤੋਂ ਹਟਾ ਦਿੱਤਾ ਸੀ। ਇਹ ਵੀ ਦੱਸਣਯੋਗ ਹੈ ਕਿ ਐਲਨ ਮਸਕ ਨੇ ਫਰਜ਼ੀ ਸਪੇਸ ਖਾਤਿਆਂ ਕਾਰਨ $44 ਅਰਬ ਦੇ ਟਵਿੱਟਰ ਸੌਦੇ ਤੇ ਰੋਕ ਲਾਈ ਹੋਈ ਹੈ ਤੇ ਜੇਕਰ ਉਹ ਟਵਿੱਟਰ ਨੂੰ ਖਰੀਦ ਲੈਂਦੇ ਨੇ ਤਾਂ ਇਸ ਲਈ ਨਵਾਂ CEO ਲਾਉਣਾ ਚਾਹੁੰਦੇ ਹਨ। ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਵੱਲੋਂ ਆਈਫਾ ਵੀਕਐਂਡ ਅਤੇ ਅਵਾਰਡਸ ਦੇ ਬਾਈ ਐਡੀਸ਼ਨ ਨੂੰ ਜੁਲਾਈ ਤੱਕ ਮੁਲਤਵੀ ਕਰਨ ਤੋਂ ਬਾਅਦ ਹੁਣ ਪ੍ਰਬੰਧਕਾਂ ਨੇ ਐਲਾਨ ਕੀਤਾ ਹੈ ਕਿ 3 ਦਿਨਾਂ ਦਾ ਇਹ ਸਮਾਰੋਹ ਹੁਣ 2 ਜੂਨ ਤੋਂ ਸ਼ੁਰੂ ਹੋਏਗਾ। ਪਹਿਲਾਂ ਇਹ ਸਮਾਰੋਹ ਮਈ ਵਿੱਚ ਯਾਸ ਆਈਲੈਂਡ ਆਬੂ ਧਾਬੀ ਵਿੱਚ ਹੋਣਾ ਸੀ, ਪਰ ਆਬੂ ਧਾਬੀ ਦੇ ਸ਼ਾਸਕ ਦੇ ਦੇਹਾਂਤ ਬਾਅਦ UAE ਦੁਆਰਾ 40 ਦਿਨਾਂ ਦੇ ਸੋਗ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਮੰਗਲਵਾਰ ਰਾਤ ਨੂੰ ਜਾਰੀ ਬਿਆਨ ਵਿੱਚ ਅੰਤਰਰਾਸ਼ਟਰੀ ਭਾਰਤੀ ਫਿਲਮ ਅਕਾਦਮੀ ਨੇ ਪੁਰਸਕਾਰ ਸਮਾਰੋਹ ਦੀ ਨਵੀਂ ਤਰੀਕ ਦਾ ਐਲਾਨ ਕੀਤਾ। 1947 ਦੀ ਭਾਰਤ-ਪਾਕਿਸਤਾਨ ਵੰਡ ਦੀਆਂ ਚੀਸਾਂ 7 ਦਹਾਕੇ ਬੀਤਣ ਦੇ ਬਾਵਜੂਦ ਲੋਕਾਂ ਦੇ ਦਿਲਾਂ ਵਿੱਚ ਪਚ ਰਹੀਆਂ ਨੇ। ਵੰਡ ਦੌਰਾਨ ਵਿਛੜੇ ਪਰਿਵਾਰਾਂ ਦੇ ਜੀ ਉਮਰ ਦੇ ਆਖਰੀ ਦਹਾਕੇ ਤੇ ਹੋਣ ਦੇ ਬਾਵਜੂਦ ਆਪਣਿਆਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਨੇ। ਇਸੇ ਤਰ੍ਹਾਂ ਦੀ ਇੱਕ ਹੋਰ ਕੋਸ਼ਿਸ਼ ਦੀ ਕਹਾਣੀ ਸਾਹਮਣੇ ਆਈ ਹੈ। ਵੰਡ ਵੇਲੇ ਦੰਗਿਆਂ ਦੌਰਾਨ ਆਪਣੇ ਪਰਿਵਾਰ ਤੋਂ ਵੱਖ ਹੋਣ ਵਾਲੀ ਇਹ ਬੱਚੀ 7 ਦਹਾਕੇ ਬਾਅਦ ਲੰਘੇ ਦਿਨੀ ਲਹਿੰਦੇ ਪੰਜਾਬ ਦੇ ਕਰਤਾਰਪੁਰ ਸਾਹਿਬ ਵਿਖੇ ਆਪਣੇ ਭਰਾਵਾਂ ਤੇ ਉਹਨਾਂ ਦੇ ਪਰਿਵਾਰਕ ਜੀਆਂ ਨੂੰ ਮਿਲੀ। ਸਿੱਖ ਪਰਿਵਾਰ ਵਿੱਚ ਪੈਦਾ ਹੋਈ ਇਸ ਬੱਚੀ ਦਾ ਮੁਸਲਿਮ ਜੋੜੇ ਨੇ ਪਾਲਣ ਪੋਸ਼ਣ ਕੀਤਾ ਸੀ। ਪਟਿਆਲਾ ਜ਼ਿਲ੍ਹੇ ਦੇ ਸ਼ੂਤਾ ਰਾਣਾ ਵਾਸੀ ਨੌਜਵਾਨ ਨਿਰਭੈ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਸਾਬਕਾ ਸਰਪੰਚ ਗੁਰਮੁਖ ਸਿੰਘ ਅਤੇ ਚਾਚਾ ਬਲਦੇਵ ਸਿੰਘ ਉਜਾੜੇ ਸਮੇਂ ਆਪਣੀ 5 ਸਾਲਾ ਭੈਣ ਤੋਂ ਵਿਛੜ ਗਏ ਸੀ। ਕੁਝ ਸਮਾਂ ਪਹਿਲਾਂ ਪਾਕਿਸਤਾਨ ਦੀ ਡੌਨ ਅਖਬਾਰ ਨੇ ਰਿਪੋਰਟ ਦਿੱਤੀ ਕਿ ਇੱਕ ਸਿੱਖ ਪਰਿਵਾਰ ਵਿੱਚ ਪੈਦਾ ਹੋਈ ਬੱਚੀ 47 ਦੇ ਦੰਗਿਆਂ ਵੇਲੇ ਹਿੰਸਕ ਭੀੜ ਵੱਲੋਂ ਮਾਰੀ ਗਈ ਆਪਣੀ ਮਾਂ ਦੀ ਲਾਸ਼ ਤੇ ਪਈ ਸੀ। ਮੁਹੰਮਦ ਇਕਬਾਲ ਅਤੇ ਅੱਲਾ ਰਾਖੀ ਨੇ ਜੋੜੇ ਨੂੰ ਮਿਲੀ ਇਸ ਬੱਚੀ ਨੂੰ ਉਹਨਾਂ ਆਪਣੀ ਧੀ ਦੇ ਰੂਪ ਵਿੱਚ ਪਾਲਿਆ ਤੇ ਉਸ ਦਾ ਨਾਮ ਮੁਮਤਾਜ਼ ਬੀਬੀ ਰੱਖਿਆ। ਇਕਬਾਲ ਪਾਕਿਸਤਾਨੀ ਪੰਜਾਬ ਦੇ ਸ਼ੇਖੂਪੁਰਾ ਜ਼ਿਲ੍ਹੇ ਦੇ ਪਿੰਡ ਵਾਰਿਕਾ ਧਿਆਨ ਵਿਖੇ ਆ ਕੇ ਵਸ ਗਿਆ। ਇਕਬਾਲ ਤੇ ਉਸ ਦੀ ਪਤਨੀ ਨੇ ਮੁਮਤਾਜ਼ ਨੂੰ ਕਦੇ ਵੀ ਇਹ ਨਹੀਂ ਦੱਸਿਆ ਕਿ ਉਹਨਾਂ ਦੀ ਧੀ ਨਹੀਂ ਹੈ। 2 ਸਾਲ ਪਹਿਲਾਂ ਇਕਬਾਲ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਸਨੇ ਮੁਮਤਾਜ਼ ਨੂੰ ਦੱਸਿਆ ਕਿ ਉਹਨਾਂ ਦੀ ਅਸਲੀ ਧੀ ਨਹੀਂ ਹੈ ਬਲਕਿ ਉਹ ਇੱਕ ਸਿੱਖ ਪਰਿਵਾਰ ਨਾਲ ਸੰਬੰਧਿਤ ਹੈ। ਇਕਬਾਲ ਦੀ ਮੌਤ ਪਿੱਛੋਂ ਮੁਮਤਾਜ਼ ਤੇ ਉਸਦੇ ਬੇਟੇ ਸ਼ਹਬਾਜ਼ ਨੇ ਸੋਸ਼ਲ ਮੀਡੀਆ ਰਾਹੀਂ ਚੜ੍ਹਦੇ ਪੰਜਾਬ ਵਿੱਚ ਆਪਣੇ ਪਰਿਵਾਰ ਦੀ ਭਾਲ ਸ਼ੁਰੂ ਕੀਤੀ। ਉਹ ਮੁਮਤਾਜ਼ ਦੇ ਅਸਲ ਪਿਤਾ ਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸ਼ੂਤਾ ਰਾਣਾ ਦਾ ਨਾਂ ਜਾਣਦੇ ਸਨ, ਜਿੱਥੇ ਉਹ ਆਪਣਾ ਜੱਦੀ ਘਰ ਛੱਡਣ ਉਪਰੰਤ ਆ ਕੇ ਵਸ ਗਏ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨੂ ਦੀ ਵਾਕਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।